ਖੁਦਾਮ ਯਿਸੂ ਮਸੀਹ ਦੇ ਮੁਕੱਦਸ ਜਲਾਲੀ ਤੇ ਬਾਬਰਕਤ ਨਾਂ ਦੇ ਵਿੱਚ ਮੈਂ ਆਪਣੇ ਸਾਰੇ ਦੋਸਤਾਂ ਨੂੰ, ਭੈਣ ਭਰਾਵਾਂ ਨੂੰ, ਅਜ਼ੀਜ਼ਾਂ ਨੂੰ ਤੇ ਸਾਨੂੰ ਆਨਲਾਈਨ ਸਾਰੇ ਹਮ ਈਮਾਨ ਵਾਲਿਆਂ ਨੂੰ ਤੇ ਸਾਰੇ ਇੱਕ ਨੂੰ ਜਿਹੜਾ ਸਾਡੀ ਗੱਲ ਨੂੰ ਸੁਣਦੇ ਨੇ ਪਏ, ਅਸੀਂ ਸਲਾਮ ਪੇਸ਼ ਕਰਨੇ ਆ। ਮੈਂ ਪਾਦਰੀ ਨਜ਼ੀਰ ਮਸੀਹ ਔਰ ਮੇਰੇ ਨਾਲ ਮੇਰਾ ਅਜ਼ੀਜ਼ ਦੋਸਤ ਗੋਲਡਨ ਸਾਗਰ। ਅੱਜ ਅਸੀਂ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਤੇ ਅਸੀਂ ਅੱਜ ਤੁਹਾਡੇ ਵਾਸਤੇ ਖਾਸ ਤੌਰ ਤੇ ਯਿਸੂ ਮਸੀਹ ਨੂੰ ਜਿਹੜਾ ਸਾਡਾ ਨਜਾਤ ਦਹਿੰਦਾ ਹੈ, ਉਹਦੇ ਇੱਕ ਵਾਅਦੇ ਨੂੰ ਤੇ ਉਹਦੀ ਕਾਲ ਨੂੰ ਤੁਹਾਡੇ ਕੋਲ ਲੈ ਕੇ ਆਏ ਹਾਂ ਤਾਂ ਕਿ ਅਸੀਂ ਸਮਝ ਸਕੀਏ ਕਿ ਯਿਸੂ ਮਸੀਹ ਸਾਨੂੰ ਬੁਲਾਉਂਦਾ ਪਿਆ ਤਾਂ ਕਿ ਸਾਨੂੰ ਇਤਮਾਨ ਅਮਨ ਦੇ ਸਕੇ ਹੈ ਤੇ ਇਸ ਉਲਝਣ ਪਰੇਸ਼ਾਨੀ ਦੇ ਵਿੱਚ ਤੇ ਆਈਏ ਅਸੀਂ ਕਲਾਮੇ ਮੁਕੱਦਸ ਦੇ ਵਿੱਚੋਂ ਤੁਸੀਂ ਸਲਾਮ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਸਰ। ਥੈਂਕ ਯੂ ਸੋ ਮਚ। ਜਿਹੜੇ ਵੀ ਸਾਨੂੰ ਆਨਲਾਈਨ ਦੇਖ ਰਹੇ ਨੇ, ਇੰਡੀਆ ਵਿੱਚ, ਪਾਕਿਸਤਾਨ ਦੇ ਵਿੱਚ, ਵਰਲਡ ਦੇ ਹਰੇਕ ਕੋਨੇ ਦੇ ਵਿੱਚ, ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾ। ਲਾਸਟ ਟਾਈਮ ਜਿਹੜੀ ਅਸੀਂ ਵੀਡੀਓ ਡਾਊਨਲੋਡ ਕੀਤੀ ਸੀਗੀ ਉਹ ਤਕਰੀਬਨ ਬਹੁਤ ਜ਼ਿਆਦਾ ਉਹਨੂੰ ਹੁੰਗਾਰਾ ਮਿਲਿਆ, ਪਿਆਰ ਮਿਲਿਆ ਤੇ ਉਮੀਦ ਕਰਦੇ ਹਾਂ ਜੋ ਅਸੀਂ ਅੱਜ ਵਾਰਤਾਲਾਪ ਕਰਨ ਜਾ ਰਹੇ ਹਾਂ ਪ੍ਰਭੂ ਯਿਸੂ ਮਸੀਹ ਦੇ ਕੁਛ ਅਸੀਂ ਬਹੁਤ ਹੀ ਵਧੀਆ ਵਾਕ ਚੱਕ ਕੇ ਕੁਛ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਥੈਂਕ ਯੂ ਸੋ ਮਚ। ਤੇ ਇੱਕ ਹੋਰ ਅਸੀਂ ਦਰਖਾਸਤ ਕਰਨਾ ਚਾਹੁੰਦੇ ਹਾਂ ਤੁਹਾਡੇ ਅੱਗੇ ਤੇ ਉਹ ਸਾਡੀ ਮਿਹਨਤੀ ਇਹ ਵੇ ਕਿ ਪਲੀਜ਼ ਸਾਡੇ ਇਸ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰੋ ਤੇ ਉਹਦੇ ਬੈਲ ਆਈਕਨ ਨੂੰ ਵੀ ਤੁਸੀਂ ਪੁਸ਼ ਕਰੋ ਤਾਂ ਕਿ ਹਰ ਇੱਕ ਜਿਹੜਾ ਇਹਦਾ ਨਵਾਂ ਵੀਡੀਓ ਅਸੀਂ ਅਪਲੋਡ ਕਰੀਏ ਤੇ ਤੁਹਾਨੂੰ ਮਿਲ ਸਕੇ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਦੂਜੀ ਗੱਲ ਇਹ ਵੇ ਕਿ ਇਹਨੂੰ ਤੁਸੀਂ ਦੂਜੇ ਲੋਕਾਂ ਦੇ ਨਾਲ ਵੀ ਸ਼ੇਅਰ ਕਰੋ ਤਾਂ ਕਿ ਸਾਰੇ ਜਿਹੜੇ ਨੇ ਅਸੀਂ ਮਿਲ ਕੇ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਬਰਕਤ ਪਾ ਸਕੀਏ। ਆਈਏ ਅਸੀਂ ਕਲਾਮ ਮੁਕੱਦਸ ਪੜਾਂਗੇ। ਪਹਿਲਾਂ ਅਸੀਂ ਪੰਜਾਬੀ 'ਚ ਪੜਾਂਗੇ ਤੇ ਫਿਰ ਮੈਂ ਇਹਨੂੰ ਉਰਦੂ ਦੇ ਵਿੱਚ ਪੜਾਂਗਾ। ਲੇਕਿਨ ਅਸੀਂ ਗੱਲ ਜਿਹੜੀ ਹੈ ਕੋਸ਼ਿਸ਼ ਮੈਂ ਵੀ ਕਰਨਾ ਪਿਆ ਪੰਜਾਬੀ ਸਿੱਖਾਂ ਤੇ ਪੰਜਾਬੀ 'ਚ ਕਰਾਂਗਾ ਹੈ ਸਰ ਜੀ। ਬਹੁਤ ਸੋਹਣੀ ਬੋਲ ਰਹੇ ਹੋ ਸਰ ਜੀ। ਮੈਂ ਕੋਸ਼ਿਸ਼ ਕਰਨਾ ਕਿ ਮੈਂ ਵੀ ਪੰਜਾਬੀ ਕਰਾਂ। ਸ਼ਾਇਦ ਮੇਰੀ ਪੰਜਾਬੀ ਤੁਹਾਡੇ ਵਰਗੀ ਇੰਨੀ ਸੋਹਣੀ ਨਾ ਹੋਵੇ ਲੇਕਿਨ ਮੈਂ ਕੋਸ਼ਿਸ਼ ਕਰਨਾ। ਹਾਂ, ਕੁਝ ਸ਼ਬਦ ਹੁੰਦੇ ਆ ਉਹ ਤੁਹਾਨੂੰ ਥੋੜੇ ਜਿਹੇ ਕਲੀਅਰਫਾਈ ਕਰਨੇ ਪੈਂਦੇ ਨੇ। ਬਟ ਯੂ ਡੂਇੰਗ ਵੈਰੀ ਗੁੱਡ ਜੌਬ ਸਰ। ਚਲੋ ਸਰ। ਹਾਂਜੀ, ਇਹ ਜੀ ਆਪਾਂ ਮਤੀ ਦੀ ਅੰਜੀਲ 11ਵਾਂ ਬਾਪ 11ਵਾਂ ਬਾਪ ਤੇ 28 29 ਤੇ 30 ਹੈ ਅਸੀਂ। ਹਾਂਜੀ, ਥੈਂਕ ਯੂ ਜੀਸਸ। ਤੇਰਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ, ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿੱਖੋ ਕਿਉਂਕਿ ਮੈਂ ਕੋਮਲ ਅਤੇ ਨਰਮ ਦਿਲ ਹਾਂ। ਇਉਂ ਤੁਸੀਂ ਆਪਣੇ ਆਤਮੇ ਅੰਦਰ ਵਿਸ਼ਰਾਮ ਮਹਿਸੂਸ ਕਰੋਗੇ ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ। आमीन। थैंक यू जीसस। ये मैं उर्दू च पढ़ने लगा वहाँ लिखा है, ऐ मेहनत उठाने वालों और बोझ से दबे हुए लोगों, सब मेरे पास आओ, मैं तुमको आराम दूंगा। मेरा जुआ अपने ऊपर उठा लो और मुझसे सीखो क्योंकि मैं हलीम हूँ और दिल का फरोतन, तो तुम्हारी जानें आराम पाएंगी क्योंकि मेरा जुआ मुलायम है और मेरा बोझ हल्का है। खुदावंद के कलाम के पढ़े और सुने जाने पर खुदावंद की बरकत हो। आमीन आमीन। जी सर, की तुझे आंदे लिखा है कि ए मेहनत उठाने वाले थे बोझ दे दबे लोग की मेहनत उठाना ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਬਾਰੇ ਗੱਲ ਹੈ। ਤੇ ਮੈਨੂੰ ਜੋ ਲੱਗਦਾ ਜੀ ਇਹਦੇ ਵਿੱਚ ਕਿ ਜਿਹੜੇ ਨਾ ਲੋਕੀ ਮਤਲਬ ਕਿ ਦੁਨੀਆਦਾਰੀ ਦੇ ਬੋਝਾਂ ਤੋਂ ਥੱਕ ਚੁੱਕੇ ਨੇ। ਓਕੇ, ਦੇਖ ਬਿਲਕੁਲ ਠੀਕ ਗੱਲ ਹੈ। ਯਾਨੀ ਇੱਕ ਤੇ ਹੋ ਗਿਆ ਕੰਮ ਹਨਾ, ਪਹਿਲਾਂ ਦੋ ਗੱਲਾਂ ਨੇ, ਇਹਦੇ ਬੋਝ ਦੇ ਦੱਬੇ ਤੇ ਕਿਤੇ ਮਿਹਨਤ ਉਠਾਉਣ ਵਾਲੇ ਹਨਾ। ਤੇ ਪਹਿਲੀ ਗੱਲ ਹੈ ਮਿਹਨਤ ਉਠਾਉਣ ਵਾਲੇ। ਤੇ ਮੈਂ ਜਦੋਂ ਵੇਖਣਾ ਇਸ ਗੱਲ ਨੂੰ ਤੇ ਮੈਨੂੰ ਤੇ ਇੰਝ ਲੱਗਦਾ ਕਿ ਕੋਈ ਵੀ ਬਸ਼ਰ ਦੁਨੀਆ ਦੇ ਵਿੱਚ ਜਿਹੜਾ ਨਾ, ਭਾਵੇਂ ਉਹ ਅਮੀਰ ਹੈ, ਗਰੀਬ ਹੈ ਜਾਂ ਉਹ ਕਿਸ ਹਾਲਾਤ ਦੇ ਵਿੱਚ ਵੀ ਹੈ, ਉਹਨੂੰ ਆਪਣੇ ਆਪ ਨੂੰ ਜ਼ਿੰਦਗੀ ਨੂੰ ਅੱਗੇ ਚਲਾਉਣ ਵਾਸਤੇ ਕੰਮ ਕਰਨਾ ਹੀ ਪੈਂਦਾ ਹੈ ਨਾ। ਮਿਹਨਤ ਕਰਨੀ ਹੋਈ ਪੈਂਦੀ ਹੈ ਨਾ। ਤੇ ਮਿਹਨਤ ਉਠਾਉਣ ਦੀ ਪਹਿਲੀ ਗੱਲ ਹੋ ਗਈ ਕਿ ਅਸੀਂ ਜਿਹੜੇ ਜਿਸਮਾਨੀ ਕੰਮ ਕਰਨੇ, ਭਾਵੇਂ ਅਸੀਂ ਦਫ਼ਤਰ 'ਚ ਕੰਮ ਕਰਨੇ ਆ, ਭਾਵੇਂ ਅਸੀਂ
ਕੰਮ ਮਜ਼ਦੂਰੀ ਕਰਨੇ ਆ ਜਾਂ ਅਸੀਂ ਘਰ ਦੇ ਵਿੱਚ ਜਿਵੇਂ ਸਾਡੀਆਂ ਮਾਵਾਂ ਭੈਣਾਂ ਤੇ ਬੇਟੀਆਂ ਘਰ ਦੇ ਕੰਮ ਕਰਦੀਆਂ ਨੇ ਨਾ ਹਨਾ, ਅਸੀਂ ਉਹ ਕਰਨੇ ਜਾਂ ਅਸੀਂ ਸਟੱਡੀ ਵੀ ਕਰਨੇ, ਇਹ ਵੀ ਕੰਮ ਦੇ ਇਹ ਵੀ ਕੰਮ। ਕੀ ਖਿਆਲ ਹੈ ਜੋ ਅਸੀਂ ਮਤਾਲਿਆ ਕਰਨੇ ਆ ਤੇ ਕੰਮ ਹੈ, ਡਰਾਈਵਿੰਗ ਕਰਨੇ ਆ ਤੇ ਇਹ ਵੀ ਕੰਮ ਹੈ ਹਨਾ। ਤੇ ਇਹ ਜਿੰਨੇ ਨੇ ਤੇ ਮਿਹਨਤ ਕਰਨ ਵਾਲੇ ਹੋ, ਜਾਂ ਦਫ਼ਤਰੇ ਬਹਿ ਕੇ ਅਸੀਂ ਸੋਚਦੇ ਕਿ ਅਸੀਂ ਫਿਜ਼ੀਕਲ ਕੰਮ ਤੇ ਨਹੀਂ ਕਰ ਰਹੇ, ਦਿਮਾਗੀ ਕੰਮ ਕਰ ਰਹੇ ਹਾਂ, ਕੰਪਿਊਟਰ ਤੇ ਕੰਮ ਕਰ ਰਹੇ ਹਾਂ, ਇਹ ਵੀ ਕੰਮ ਹੈ ਹਨਾ। ਇਹ ਆਪਾਂ ਹਮੇਸ਼ਾ ਹੀ ਇਹ ਬੋਝਾਂ ਥੱਲੇ ਦਬੇ ਰਹਿੰਦੇ ਹਾਂ ਜਿਹੜੇ ਹੈ ਇਹ ਕੰਮ ਕਰਨ ਵਾਲੇ ਹੋ ਹਨਾ, ਇਹ ਮਿਹਨਤ ਕਰਨ ਵਾਲੇ ਹਨਾ। ਸਾਰੇ ਕੀ ਕਰੋ, ਇਹ ਮਿਹਨਤ ਉਠਾਣੇ ਵਾਲੋ। ਤੇ ਬੋਝ, ਹੁਣ ਬੋਝ ਕੀ, ਇੱਕ ਤੇ ਬੋਝ ਫਿਕਰ ਹੋ ਗਈਆਂ ਸਾਨੂੰ, ਬੋਝ ਜਿਹੜੀ ਫਿਕਰ ਜਿਹੜੀ ਹੁੰਦੀ ਹੈ ਨਾ, ਇਹ ਬੋਝ ਵੀ ਕੰਮ ਕਰਨਾ ਹੈ, ਇਹਦੀ ਫਿਕਰ ਹੈ ਹਨਾ। ਤੇ ਇੱਕ ਫਿਕਰ ਇਹ ਵੇ ਕਿ ਮੇਰੀ ਬੀਵੀ ਬੱਚੇ, ਮੇਰੇ ਭੈਣ ਭਰਾ, ਮੇਰੇ ਮਾਂ ਬਾਪ, ਦੁਨਿਆਵੀ ਬੋਝ ਫਿਕਰਾਂ ਸਾਨੂੰ, ਦੁਨਿਆਵੀ ਫਿਕਰਾਂ ਨੇ ਹਨਾ। ਉਹਨਾਂ ਦੀ ਜ਼ਰੂਰੀਆਤ ਦੇ ਵਿੱਚ ਅਸੀਂ ਇੰਨੇ ਕੁ ਦਬੇ ਹੁੰਨੇ ਆ, ਇੰਨੇ ਕੁ ਉਹਦੇ ਥੱਲੇ ਪਏ ਹੁੰਨੇ ਆ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਨਿਕਲੀਏ ਕਿ। ਤੇ ਵੇਖਦੇ ਆ ਕਿ ਮਸਲੇ ਵੱਧਦੇ ਜਾਂਦੇ ਨੇ ਹੈਨਾ, ਇਹ ਵੇਖਦੇ ਆ ਕਿ ਪ੍ਰੋਬਲਮ ਵੱਧਦੀ ਜਾਂਦੀ ਏ, ਇਹ ਵੇਖਦੇ ਆ ਕਿ ਕੰਮ ਬੜਾ ਕਰਨੇ ਤੇ ਪੂਰੀ ਨਹੀਂ ਪੈਂਦੀ। ਆ ਬਿਲਕੁਲ ਆ ਟੌਪਿਕ ਬਿਲਕੁਲ ਸਹੀ ਕਹਿੰਦੇ, ਪੂਰੀ ਨਹੀਂ ਪੈਂਦੀ। ਦੇਖੋ ਕੰਮ ਬੜਾ ਕਰਨੇ ਆ ਤੇ ਫਿਕਰਾਂ ਵੀ ਬੜੀਆਂ ਨੇ, ਕੋਸ਼ਿਸ਼ ਕਰਨੇ ਆ ਕਿ ਇਹਦਾ ਕਰਜ਼ਾ ਲਾ ਲਈਏ, ਉਹਨੂੰ ਦੇ ਲਈਏ, ਯਾਰ ਇਹਦਾ ਗੱਲ ਕਰ ਲਈਏ, ਲੇਕਿਨ ਪੂਰੀ ਫਿਰ ਵੀ ਨਹੀਂ ਪੈਂਦੀ। 24 ਘੰਟੇ ਦਿਮਾਗ ਹੀ ਬਹੁਤ ਥਲੇ ਦਬਿਆ ਰਹਿੰਦਾ ਤੇ ਫਿਰ ਇੱਕ ਤੇ ਜਿਸਮਾਨੀ ਤੇ ਫਿਰ ਦਿਮਾਗ, ਸੋਚ, ਹਰ ਚੀਜ਼ ਜਿਹੜੀ ਹੈ ਨਾ ਉਹ ਸਾਡੀ ਜਿਹੜੀ ਹੈ ਨਾ ਦਬੀ ਰਹਿੰਦੀ ਹੈ। ਤੇ ਕਲਾਮੇ ਮੁਕੱਦਸ ਦੇ ਵਿੱਚ ਲਿਖਿਆ ਜੇ ਤੁਸੀਂ ਕੰਮ ਕਰਨ ਵਾਲੇ ਹੋ ਜੀ ਸਾਗਰ ਸਾਹਿਬ, ਤੇ ਜਾਂ ਤੁਸੀਂ ਬੋਝ 'ਚ ਦਬੇ ਹੋ ਹਨਾ, ਫਿਕਰਾਂ 'ਚ ਦਬੇ ਹੋ ਹਨਾ, ਪਰੇਸ਼ਾਨੀਆਂ ਦੇ ਵਿੱਚ ਹੋ, ਫਿਕਰਾਂ ਦੇ ਵਿੱਚ ਤੇ ਪਰੇਸ਼ਾਨੀ। ਅੱਜ ਕੱਲ ਦੀ ਫਿਕਰ ਕਿਹੜੀ ਹੈ? ਜ਼ਿੰਦਗੀ ਬਚਾਉਣਾ ਹਨਾ। ਹਾਂਜੀ ਅੱਜ ਕੱਲ ਦੀ ਸਭ ਤੋਂ ਵੱਡੀ ਫਿਕਰ ਜੇ ਬਚ ਜਾਈਏ ਕਿਲੋ, ਕਰੋਨਾ ਨਾ ਸਾਨੂੰ ਖਾ ਜਾਏ। ਲੋਕੀ ਘਰੋਂ ਨਹੀਂ ਬਾਹਰ ਨਿਕਲਦੇ, ਸੜਕਾਂ ਖਾਲੀ ਪਈਆਂ ਨੇ ਤੇ ਹਕੂਮਤਾਂ, ਮੁਲਕ, ਬਾਦਸ਼ਾਹ ਸਾਰੇ ਕਹਿੰਦੇ ਨੇ ਕਿ ਵੀ ਆਪਣੇ ਆਪਣੇ ਘਰਾਂ 'ਚ ਰਹੋ, ਘਰਾਂ 'ਚ। ਤੇ ਮੈਂ ਹੀ ਵੇਖਣਾ ਪਿਆ ਤੇ ਕਰੋਨਾ ਜਿਹੜੇ ਬੜੇ ਆਲਾ ਸ਼ਹਿਨਸ਼ਾਹ ਨੇ ਨਾ, ਜਾਂ ਜਿਹੜੇ ਸ਼ਹਿਜ਼ਾਦੇ ਨੇ, ਹਜੇ ਮੇਰੇ ਦੋਸਤ ਨੇ ਮੈਨੂੰ ਇੱਕ ਵੀਡੀਓ ਘੱਲੀ ਹੈ ਇੰਗਲੈਂਡ ਤੋਂ, ਤੇ ਉਹਨੇ ਲਿਖਿਆ ਕਿ ਜਿਹੜਾ ਪ੍ਰਿੰਸ ਚਾਰਲਸ ਹੈ ਨਾ, ਉਹ ਬਿਲਕੁਲ ਠੀਕ ਹੈ ਨਾ, ਉਹਨੂੰ ਵੀ ਪੋਜ਼ਿਟਿਵ ਆ ਗਿਆ। ਮੈਂ ਕਿਹਾ ਦੇਖੋ ਅਗਰ ਵੇਖਿਆ ਜਾਏ ਕਿੰਨਾ ਜ਼ਿਆਦਾ ਉਹ ਪ੍ਰੋਟੈਕਟਡ ਹੋਏਗਾ, ਜਾਂ ਕਿੰਨਾ ਜ਼ਿਆਦਾ ਪਤਾ ਨਹੀਂ ਕਿਹਨੂੰ ਮਿਲਿਆ ਤੇ ਕਿਸ ਤਰ੍ਹਾਂ ਹੋਇਆ ਗੱਲਬਾਤ। ਲੇਕਿਨ ਮੈਂ ਇਹ ਗੱਲ ਕਰਨ ਲੱਗਾ, ਵਾਕਈ ਫਿਕਰ ਹੈ ਤੇ ਪਰੇਸ਼ਾਨੀ ਜੇ ਏਡੇ ਵੱਡਿਆਂ ਬੰਦਿਆਂ ਨੂੰ ਹੋਣ ਡਿਆ ਤੇ ਅਸੀਂ ਜਿਹੜੇ ਮਾੜੇ ਗਰੀਬ ਬੰਦੇ ਆ, ਸਾਡੀ ਕੀ ਜਾਨ, ਸਾਨੂੰ ਅੱਜ ਕੱਲ੍ਹ ਜਾਨ ਦੀ ਫਿਕਰ ਪਈ ਹੈ ਹਨਾ। ਤੇ ਮੈਂ ਚਾਹੁੰਦਾ ਵਾਂ ਕਿ ਸੁਣੋ ਕਲਾਮ ਵਿੱਚ ਕੀ ਲਿਖਿਆ ਜੀ, ਮਿਹਨਤ ਖਾਣ ਵਾਲਿਓ ਤੇ ਫਿਕਰਾਂ ਦੇ ਬੋਝ ਦੇ ਵਿੱਚ ਦਬੇ ਹੋਏ, ਜਾਂ ਹੋਰ ਜਿੰਨੇ ਵੀ ਤੁਹਾਡੇ ਬੋਝ ਨੇ ਉਹਦੇ 'ਚ ਦਬੇ ਹੋਏ। ਕੀ ਯਿਸੂ ਆਂਦਾ ਦਬੇ ਹੋਏ ਲੋਗੋ, ਇਹ ਇਮਾਨਦਾਰਾਂ ਨੂੰ ਕੱਲਿਆਂ ਨੂੰ ਨਹੀਂ ਕਹਿਣ ਡਿਆ। ਬਈ ਸਾਗਰ ਗੱਲ ਸੁਣ, ਇੱਥੇ ਗੱਲ ਜਿਹੜੀ ਇੱਕ ਹੈ ਮਿਹਨਤ ਸਾਰੀ ਦੁਨੀਆ ਦੇ ਲੋਕਾਂ ਨੂੰ ਕਿਹਾ ਗਿਆ ਹਨਾ। ਇਹ ਜਿਹੜੀ ਗੱਲ ਹੈ ਨਾ, ਇਹ ਸਿਰਫ ਮਸੀਹਾਂ ਨੂੰ ਨਹੀਂ ਕਹੀ, ਇਹ ਸਿਰਫ ਉਹੀ ਇਮਾਨਦਾਰਾਂ ਨੂੰ ਕਹੀ ਗਈ, ਸਿਰਫ ਰਾਸਤਬਾਜ਼ਾਂ ਨੂੰ ਨਹੀਂ ਕਹੀ ਗਈ, ਇਹ ਕਹੀ ਗਈ ਹੈ ਸਾਰੀ ਦੁਨੀਆ ਦੇ ਲੋਕਾਂ ਨੂੰ ਹਨਾ। ਤੇ ਇੱਥੇ ਕਿਹਾ ਗਿਆ ਕਿ ਲੋਗੋ ਸਭ ਮੇਰੇ ਕੋਲ ਆਓ। ਕੀ ਪੜਿਆ ਪੰਜਾਬੀ 'ਚ ਕੀ ਲਿਖਿਆ? ਮੇਰੇ ਕੋਲ ਆਓ। ਉਹ ਸਾਰੇ ਲੋਕ ਜੋ ਥੱਕੇ ਹੋਏ ਹਨ, ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ, ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਵਾਹ ਕੀ ਬਾਤ ਹੈ। ਦੇਖਿਆ ਯਿਸੂ ਮਸੀਹ ਕਹਿੰਦਾ ਸਾਰੀ ਦੁਨੀਆ ਦੇ ਲੋਕੋ, ਮੈਂ ਤੁਹਾਨੂੰ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ। ਵੈਸੇ ਮੈਂ ਇੱਥੇ ਗੱਲ ਐਡ ਕਰਾਂ, ਪਰਮੇਸ਼ਵਰ ਦਾ ਵਚਨ ਆ ਨਾ ਜਿਹੜਾ, ਜਦੋਂ ਆਪਾਂ ਪੜ੍ਹਦੇ ਹਾਂ ਕਿੰਨਾ ਸਕੂਨ, ਉਹਦੇ ਕਿੰਨਾ ਸਕੂਨ ਆ ਜਾਂਦਾ ਮਨ ਨੂੰ। ਕੀ ਬਾਤ, ਲੂ ਖੜੇ ਹੀ ਹੋ ਜਾਂਦੇ ਕਿ ਕੀ ਗੱਲ ਪਰਮੇਸ਼ਵਰ ਨੇ ਕਹੀ। ਕੀ ਗੱਲ ਕੀ ਵੇਖੋ, ਇਹ ਗੱਲ ਕੀ ਹੈ ਕਿ ਸਾਰਿਆਂ ਨੂੰ ਕਹਿਣ ਡਿਆ, ਸਾਰੇ ਮੇਰੇ ਕੋਲ ਆ ਜਾਓ ਤੇ ਸਾਰੇ ਮੇਰੇ ਕੋਲ ਆਰਾਮ ਪਾ ਲਓ। ਮੈਂ ਪੜ੍ਹਨ ਡਿਆ ਸਾਂ ਯਿਸੂ ਮਸੀਹ ਦੇ ਬਾਰੇ ਚ ਯਸਾਇਆ ਦੀ ਕਿਤਾਬ ਦੇ ਵਿੱਚ, ਥੋੜੀ ਦੇਰ ਪਹਿਲਾਂ ਜੋ ਅਸੀਂ ਪੜ੍ਹਦੇ ਹਾਂ ਤੇ ਪਹਿਲਾਂ ਹੀ ਮੈਂ ਗੌਰ ਕਰਦਾ, ਉਹਦੀ ਜੋ 9 ਬਾਬ ਦੀ 6 ਆਇਤ ਪੜ੍ਹੀਏ ਤੇ ਕੱਢੋ ਜੋ ਕੋਈ ਇਹ ਲਿਖਿਆ 9 ਬਾਬ ਦੀ 6 ਆਇਤ ਦੇ ਵਿੱਚ, ਜਦੋਂ ਯਸਾਇਆ ਦੀ ਕਿਤਾਬ ਦੇ 9 ਬਾਬ ਦੀ ਅਸੀਂ 6 ਆਇਤ ਪੜ੍ਹਨੇ ਆ ਤੇ ਉੱਥੇ ਲਿਖਿਆ ਹੈ ਯਿਸੂ ਮਸੀਹ ਦੇ ਬਾਰੇ ਦੇ ਵਿੱਚ ਕਿ ਉਹ ਖੁਦਾਏ ਕਾਦਰ, ਅਬਦੀਅਤ ਦਾ ਬਾਪ ਹੈ ਤੇ ਉਹ ਸਲਾਮਤੀ ਦਾ ਸ਼ਹਿਜ਼ਾਦਾ ਹੈ। ਕੀ ਖਿਆਲ ਹੈ ਜੀ? ਯਸਾਇਆ 9 ਬਾਬ ਦੀ 6 ਆਇਤ ਕੀ ਲਿਖਿਆ? ਸਲਾਮਤੀ ਦਾ ਸ਼ਹਿਜ਼ਾਦਾ। ਵੇਖੋ ਜੀ ਗੱਲ ਹੈ, ਗੱਲ ਗੌਰ ਕਰਨ ਵਾਲੀ ਹੈ। ਮੈਂ ਸ਼ਹਿਜ਼ਾਦੇ ਵੇਖੇ ਨੇ ਲੜਾਈ ਜੰਗੋ ਜਦਲ, ਹੁਣੇ ਹੀ ਗੱਲ ਜੀ ਸਾਊਦੀ ਅਰਬ ਨੂੰ ਵੇਖੋ ਨਾ, ਸਾਊਦੀ ਅਰਬ ਵਿੱਚ ਸਿਰਫ ਬਾਦਸ਼ਾਹ ਵਿਚਾਰ ਵਸੇ ਇੱਕ ਦੂਜੇ ਨੂੰ ਕਤਲੋ ਕਰਨ ਤੇ ਉਹ ਪਾਈ ਜਾਂਦਾ ਨੇ ਉਹਦੇ ਵਿੱਚ, ਇਹ ਕੀ ਕਹਿੰਦੇ ਕੈਦਾਂ 'ਚ ਪਾਈ ਜਾਂਦੇ ਨੇ। ਸਿਰਫ ਜਿਹੜਾ ਸ਼ਹਿਜ਼ਾਦਾ ਜਿਹੜਾ ਨਾ ਉਹ ਆਪਣੀ ਸਲਤਨਤ ਕਾਇਮ ਰੱਖ ਸਕੇ। ਲੇਕਿਨ ਇੱਥੇ ਤਾਂ ਕੰਮ ਹੀ ਫਰਕ ਹੈ, ਉਹ ਕਹਿੰਦਾ ਕਿ ਉਹ ਸਲਾਮਤੀ ਦਾ ਸ਼ਹਿਜ਼ਾਦਾ। ਕਲਾਮੇ ਮੁਕੱਦਸ 'ਚ ਜਦੋਂ ਅਸੀਂ ਪਹਿਲਾ ਗ੍ਰੰਥੀ ਪੜ੍ਹਨੇ ਆ ਹਨਾ, ਕੀ ਲਿਖਿਆ? ਪਹਿਲਾ ਗ੍ਰੰਥੀ ਦੇ 14ਵੇਂ ਬਾਬ ਦੀ 33ਵੀਂ ਆਇਤ 'ਚ ਪੜ੍ਹੋ ਹਾਂ ਜਦੋਂ ਤੁਸੀਂ ਪਹਿਲਾ ਗ੍ਰੰਥੀਓ 14 ਬਾਬ ਤੇ
ਉਹਦੀ 33 ਆਇਤ ਜੀ ਕਰੋ, ਹਾਂ 33 ਆਇਤ ਕਰੋ ਜਾਓ। ਅੱਛਾ 33 ਚ ਲਿਖਿਆ ਜੀ, ਜੀ ਪੜੋ ਜਲਦੀ। ਪਰਮੇਸ਼ਵਰ ਅਰਾਜਕਤਾ ਦਾ ਪਰਮੇਸ਼ਵਰ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਵਰ ਹੈ। हाँ जी, गौर करो के लिए है ये खुदा जरा ना यसु मसीह जरा ना वो अबतरी ते की लफ्ज़ ही थोड़ा पंजाबी ਦੇ ਜਦੋਂ ਪੜਿਆ ਅਰਾਜਕਤਾ, ਅਰਾਜਕਤਾ ਦਾ ਨਹੀਂ ਬਲਕਿ ਸ਼ਾਂਤੀ ਦਾ ਬਾਨੀ। ਗੌਰ ਕਰੋ ਇਤਲੇ ਹੈ ਯਿਸੂ ਮਸੀਹ ਸ਼ਾਂਤੀ ਦਾ ਬਾਨੀ। ਯਿਸੂ ਮਸੀਹ ਕਹਿੰਦਾ ਮੇਰੇ ਕੋਲ ਆਓ ਤੇ ਆਰਾਮ ਪਾਓ, ਯਾਨੀ ਸ਼ਾਂਤੀ ਪਾਓ। ਮੇਰੇ ਕੋਲ ਆਓ, ਅਮਨ ਪਾਓ, ਇਤਮਾਨਾਨ ਪਾਓ। ਕਲਾਮੇ ਮੁਕੱਦਸ ਇੱਕ ਹੋਰ ਗੱਲ ਬੜੀ ਯਿਸੂ ਮਸੀਹ ਨੇ ਕਹੀ ਜਦੋਂ ਆਪਣੇ ਲੋਕਾਂ ਨਾਲ, ਖਾਸ ਤੇ ਸ਼ਾਗਿਰਦਾਂ ਨਾਲ ਗੱਲ ਕਰਦਾ ਸੀ ਨਾ ਪਿਆ, ਜਦੋਂ ਯੋਹੰਨਾ ਦੀ ਇੰਜੀਲ ਦੇ 14ਵੇਂ ਬਾਬ ਨੂੰ ਪੜ੍ਹੀਏ ਤੇ ਉਹਦੀ 27ਵੀਂ ਆਇਤ ਪੜ੍ਹੋ, ਕੀ ਲਿਖਿਆ? ਯੋਹੰਨਾ ਦੀ ਇੰਜੀਲ ਤੇ 14ਵੇਂ ਬਾਬ ਦੀ ਅਸੀਂ ਪੜਾਂਗੇ 27ਵੀਂ ਆਇਤ। ਹਾਂਜੀ, ਉਹਨੇ ਲਿਖਿਆ ਜੀ, ਮੈਂ ਤੁਹਾਡੇ ਲਈ ਸ਼ਾਂਤੀ ਛੱਡਦਾ ਹਾਂ, ਮੈਂ ਆਪਣਾ ਅਮਨ ਤੁਹਾਨੂੰ ਦਿੰਦਾ ਹਾਂ, ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ। ਵਾਹ ਜੀ ਵਾਹ, ਕੀ ਬਾਤ ਹੈ ਸਾਗਰ ਸਾਹਿਬ, ਕੀ ਬਾਤ ਹੈ। ਕੀ ਗੱਲ ਕੀਤੀ ਖੁਦਾ ਯਿਸੂ ਮਸੀਹ ਨੇ, ਕਹਿੰਦਾ ਹੈ ਕਿ ਮੈਂ ਤੁਹਾਨੂੰ ਆਪਣਾ ਇਤਮਾਨਾਨ ਦੇਣਾ ਵਾ, ਮੈਂ ਤੁਹਾਨੂੰ ਆਪਣਾ ਇਤਮਾਨਾਨ ਦੇਣਾ ਵਾ, ਤੇ ਮੇਰਾ ਇਤਮਾਨਾਨ ਦੁਨੀਆ ਵਰਗਾ ਨਹੀਂ, ਉਹ ਸਿਰਫ ਖੋਖਲੀ ਸਮਝਦੇ ਜਿਹੜੀ ਖਾਲੀ ਨਾ, ਖਾਲੀ ਤਸੱਲੀ ਨਹੀਂ, ਖਾਲੀ ਆਰਾਮ ਨਹੀਂ। ਮੈਂ ਜਿਹੜਾ ਤੁਹਾਨੂੰ ਆਰਾਮ ਦੇਣਾ ਵਾ ਉਹ ਤੁਹਾਡੇ ਦਿਲਾਂ ਨੂੰ ਸਕੂਨ ਦੇਗਾ, ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਰਾਮ ਲਿਆਏਗਾ, ਤੇ ਉਹ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ ਉਹਦੇ ਤੋਂ। ਵਾਟਾ ਪ੍ਰੋਮਿਸ ਹੈ ਨਾ, ਕੀ ਗੱਲ ਕੀਤੀ ਯਿਸੂ ਮਸੀਹ ਦੇ ਕਲਾਮ ਦੇ ਵਿੱਚੋਂ, ਤੇ ਇਹ ਕੀਤਾ ਸਾਰੀ ਦੁਨੀਆ ਵਾਸਤੇ ਵੇ, ਇਹ ਲਿਮਟ ਹੀ ਕੋਈ ਨਹੀਂ। ਅੱਛਾ ਜੀ, ਅੱਗੇ ਵੇਖੀਏ ਕਲਾਮੇ ਮੁਕੱਦਸ 'ਚ ਇਹ ਗੱਲ ਜੋ ਕਹੀ ਗਈ ਤੇ ਸਾਨੂੰ ਖੁਦਾ ਯਿਸੂ ਮਸੀਹ ਕਹਿੰਦਾ ਹੈ ਕਿ ਤੁਸੀਂ ਕਰੋ, ਮੈਂ ਤੁਹਾਨੂੰ ਇਹ ਆਰਾਮ ਦੇਣਾ ਵਾ, ਮੈਂ ਤੁਹਾਨੂੰ ਇਤਮਾਨਾਨ ਦੇਣਾ ਵਾ, ਤੇ ਮੇਰੇ ਕੋਲ ਆ ਜਾਓ। ਹੁਣ ਇਤਮਾਨਾਨ ਤੇ ਸਾਨੂੰ ਯਿਸੂ ਮਸੀਹ ਦਿੰਦਾ ਹੈ ਨਾ, ਤੇ ਇਤਮਾਨਾਨ ਯਿਸੂ ਮਸੀਹ ਇਤਮਾਨਾਨ ਦਾ ਬਾਨੀ ਵੀ ਹੈ, ਇਤਮਾਨਾਨ ਦਾ ਸ਼ਹਿਜ਼ਾਦਾ ਵੀ, ਆਰਾਮ ਦਾ ਸਲਾਮਤੀ ਦਾ ਸ਼ਹਿਜ਼ਾਦਾ ਵੀ ਹੈ। ਹੁਣ ਇਹ ਆਰਾਮ ਸਾਨੂੰ ਕਿੰਜ ਮਿਲਦਾ? ਇਹ ਸਭ ਤੋਂ ਵੱਡਾ ਕੁਐਸਚਨ ਹੈ ਜੀ। ਇਸ ਮੈਨੂੰ ਜਿਹੜਾ ਕੋਈ ਵੀ ਗੈਰ ਮਸੀਹ ਮਿਲਦਾ ਨਾ, ਜਦੋਂ ਮੈਨੂੰ ਕਹਿੰਦਾ ਇਹ ਬੜੀ ਪਪੂਲਰ ਲਾਈਨਾਂ ਜਿਹੜੀ ਆਪਾਂ ਪੜ੍ਹ ਰਹੇ ਨਾ, ਇਹ ਤਕਰੀਬਨ ਗੈਰ ਮਸੀਹ ਵੀ ਪੜ੍ਹਦੇ ਆ। ਹਾਂਜੀ, ਦੇ ਵਿਲ ਆਸਕ ਮੀ ਆਲ ਦਾ ਟਾਈਮ ਕਿ ਜਿਹੜੀ ਇਹ ਆਇਤ ਹੈ ਇਹਦਾ ਮਤਲਬ ਕੀ ਹੈ। ਹਾਂਜੀ, ਤੇ ਇਹਦਾ ਅੱਜ ਤੁਸੀਂ, ਮੈਂ ਕਹਿੰਦਾ ਜਿਹੜੇ ਗੈਰ ਮਸੀਹ ਵੀ ਇਹ ਸਾਡਾ ਪ੍ਰੋਗਰਾਮ ਦੇਖਣਗੇ, ਮਸੀਹ ਵੀ ਦੇਖਣਗੇ, ਤੁਸੀਂ ਇਹਦੇ ਬਾਰੇ ਸਾਨੂੰ ਖੁੱਲ ਕੇ ਚਾਨਣਾ ਪਾਓ ਕਿ ਇਹ ਕੀ, ਇਹਦੇ ਬਾਰੇ ਕੀ। ਅੱਛਾ ਜੀ, ਅਸੀਂ ਕਿਵੇਂ, ਸਾਨੂੰ ਇੱਕ ਤਾਂ ਪਹਿਲਾਂ ਜਾਣਗੇ ਯਿਸੂ ਮਸੀਹ ਆਵਾਨ ਹੈ। ਹੁਣ ਅਸੀਂ ਵੇਖਾਂਗੇ ਇਹ ਰੋਮੀਓ ਦੀ ਕਿਤਾਬ ਹੈ ਨਾ, ਰੋਮੀਓ ਦੀ ਕਿਤਾਬ ਤੇ ਉਹਦੇ 5 ਬਾਬ ਨੂੰ ਅਸੀਂ ਪੜ੍ਹਨੇ ਆ। ਹਾਂਜੀ, 5 ਬਾਬ ਦੀ ਮੈਂ ਚਾਹਾਂਗਾ ਕਿ ਅਸੀਂ ਪਹਿਲੀਆਂ 5 ਆਇਤਾਂ ਹੀ ਪੜ੍ਹੀਏ। ਠੀਕ ਹੈ ਜੀ, ਤੇ ਤੁਸੀਂ ਪੜੋਗੇ? ਤੁਸੀਂ पढ़ दो, कोई गल नहीं। अच्छा लिखा है, बस जब हम ईमान से रास्तबाज ठहरे तो खुदा के साथ अपने खुदावंद यीशु मसीह के वसीला से सुलह रखें। पहली गल जिहड़ी है ना वो ये वे, जिहड़ी इत्थे पहली वादे च की ਸਾਨੂੰ ਉਹ ਤੇ ਈਮਾਨ ਲਿਆਉਣਾ ਤੇ ਈਮਾਨ ਲਿਆ ਕੇ ਪਹਿਲਾਂ ਸਾਨੂੰ ਖੁਦਾ ਦੇ ਨਾਲ ਸੁਲ੍ਹਾ ਕਰਨੀ, ਖੁਦਾ ਨਾਲ ਸੁਲ੍ਹਾ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਬੋਝ, ਸਾਰੀਆਂ ਫਿਕਰਾਂ, ਸਾਰਾ ਕੁਝ ਉਹਨੂੰ ਦੇਣਾ ਹੈ ਨਾ। ਤੇ ਜੇ ਫਿਰ ਸਾਰੀ ਜ਼ਿੰਦਗੀ ਜਿੱਤ ਮਨਾਣਾ ਆਏਗਾ। ਕਿ ਲਿਖਿਆ, मैं पढ़ने लगा, लिखा है, जिसके वसीला से ईमान के सबब से उस फजल तक हमारी रसाई भी हुई जिस पर कायम है, और खुदा के जलाल की उम्मीद पर फख्र करें। और सिर्फ यही नहीं बल्कि मुसीबतों में भी फख्र करें, ये जानकर के मुसीबत से सब्र पैदा होता है, और सब्र से पुख्तगी, और पुख्तगी से उम्मीद पैदा होती है, और उम्मीद से शर्मिंदगी हासिल नहीं होती, क्योंकि रूह कुद्दस जो हमको बख्शा गया है उसके वसीला से खुदा की मोहब्बत हमारे दिलों में डालेगी। बड़ी गौर करने वाली गल इत्थे जिहड़ी होगी है, ईमान जो है, ईमान नाल सुलह हो जाती है, नाल ते साडा फिर इख्तलाफात नहीं रहिंदे। जे साडे खुदा नाल इख्तलाफात नहीं रहिंदे तो खुदा कहंदा सानू बंदियां नाल भी इख्तलाफात नहीं। इत्थे इह गल बड़ी अहम है, मैं चाहना फिर अपनी मुहब्बत साडे दिलां दे विच रूह कुद्दस दे वसीले नाल पा दिंदा। फिर मैं नहीं कहंदा मैं बई सागर साहब तेरे कोल बदला ਲੈਣਾ ਤੈਨੂੰ ਮੈਂ ਛੱਡਣਾ ਨਹੀਂ, ਤੂੰ ਮੇਰੇ ਨਾਲ ਇੰਜ ਗੱਲ ਕੀਤੀ ਸੀ, ਹੈਨਾ। ਸਾਡੇ ਮਨ ਹੀ ਚੇਂਜ ਕਰ ਦਿੱਤੇ ਪਰਮੇਸ਼ਵਰ ਨੇ, ਫਿਰ ਉਹ ਸਾਡੇ ਮਨ ਚੇਂਜ ਕਰ ਦਿੰਦਾ। ਫਿਰ ਅਸੀਂ ਨਾ ਤੇ ਗੱਲ ਕਰਨੇ ਆ ਬਦਲਾ ਲੈਣ ਦੀ, ਨਾ ਕਿਸੇ ਨੂੰ ਛੋਟਾ ਮਹਾਨ ਦੀ, ਨਾ ਕਿਸੇ ਦੇ ਬਾਰੇ ਚੁਗਲੀ ਕਰਨ ਦੀ, ਨਾ ਕਿਸੇ ਦੇ ਬਾਰੇ ਬੁਰੀ ਗੱਲ ਕਰਨ ਦੀ। ਕੀ ਸੋਚਦੇ ਹੋ, ਹੈਨਾ? ਬਿਲਕੁਲ ਮਨ ਚੇਂਜ ਕਰ ਦਿੰਦਾ। ਫਿਰ ਕਿਉਂਕਿ ਖੁਦਾ ਦਾ ਰੂਹ ਸਾਡੇ ਚ ਆ ਜਾਂਦਾ ਨਾ, ਤੇ ਫਿਰ ਸਾਡੇ ਚ ਮੁਹੱਬਤ ਆਈ, ਮੁਹੱਬਤ ਆ ਗਈ ਤੇ ਖੁਦਾ ਨਾਲ ਮੁਹੱਬਤ ਹੋ ਗਈ ਤੇ ਲੋਕਾਂ ਨਾਲ ਵੀ ਮੁਹੱਬਤ ਹੋ ਗਈ। ਮੈਂ ਇੱਕ ਛੋਟੇ ਜਿਹੇ ਮੈਸੇਜ ਇੱਥੇ ਐਡ ਕਰਨਾ ਚਾਹੁੰਦਾ। ਮੈਂ ਜੀ ਪਹਿਲਾਂ ਜਦੋਂ ਬਾਈਬਲ ਨਹੀਂ ਪੜ੍ਹੀ ਸੀਗੀ, ਬਾਈਬਲ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ ਨਾ, ਤੇ ਉਹ ਤੋਂ ਪਹਿਲਾਂ ਮੇਰੇ ਅੰਦਰ ਕਾਫੀ ਸਵਾਲ ਹੁੰਦੇ ਸੀਗੇ ਜੀ। ਠੀਕ ਹੈ,
ਮੇਰੇ ਅੰਦਰ ਹੁੰਦਾ ਸੀ ਕਿ ਇਹ ਜਿਹੜੀ ਗੱਲਾਂ ਕਰਦੇ ਆ ਮਸੀਹ ਸਾਰੇ, ਹਨਾ, ਕਿ ਇਹ ਵਾਕਈ ਇਹ ਗੱਲਾਂ ਸੱਚ ਨੇ, ਕਿ ਵਾਕਈ ਇਦਾਂ ਜੇ ਆਪਾਂ ਇਹ ਜਿਹੜਾ ਪਰਮੇਸ਼ਵਰ ਹੈ, ਜਿੱਦਾਂ ਪਰਮੇਸ਼ਵਰ ਇਹ ਸਾਡੇ ਮਨਾਂ ਨੂੰ ਬਦਲ ਕੇ ਰੱਖ ਦਿੰਦਾ। ਹਾਂਜੀ। ਪਰ ਜਦੋਂ ਅੱਜ ਮੈਂ ਕਲਾਮੇ ਮੁਕੱਦਸ ਪੜ੍ਹਦਾ ਆ, ਬਾਈਬਲ ਪੜ੍ਹਦਾ, ਉਹ ਜੋ ਸ਼ਾਂਤੀ ਮੇਰੇ ਅੰਦਰ, ਮੈਂ ਉਹ ਪਹਿਲਾਂ ਵਾਲਾ ਇਨਸਾਨ ਨਹੀਂ ਰਿਹਾ ਜੋ ਮੈਂ ਪਹਿਲਾਂ ਸੀਗਾ। ਜੋ ਮੈਂ ਕਿਹਾ ਲੜਾਈਆਂ, ਝਗੜੇ, ਝੂਠ, ਦਗਾਬਾਜੀ, ਹਰ ਤਰ੍ਹਾਂ ਦੀਆਂ ਮੈਂ ਉਹ ਚੀਜ਼ਾਂ ਕਰਦਾ ਸੀ। ਅੱਜ ਮੈਂ ਤਕਰੀਬਨ ਸਾਰੀਆਂ ਛੱਡ ਦਿੱਤੀਆਂ, ਸਾਰੀਆਂ ਛੱਡ ਕੇ ਮੈਨੂੰ ਤਾਂ ਉਹ ਪਿਛਲੀ ਜ਼ਿੰਦਗੀ ਯਾਦ ਹੀ ਨਹੀਂ ਹੈ। ਉਹ ਕੀ ਬਾਤ ਹੈ, ਇੰਨੀ ਚੇਂਜ ਕਰਕੇ ਰੱਖਤਾ। ਮੈਂ ਕਦੀ ਗੱਲ ਕਰਦਾ ਹੁੰਦਾ ਵਾਂ, ਤੇ ਮੈਂ ਨਾ ਜਦੋਂ 10ਵੀਂ ਦਾ ਪੜ੍ਹਦਾ ਹੁੰਦਾ ਨਾ ਹਾਈ ਸਕੂਲ ਦੇ ਵਿੱਚ, ਹਾਂਜੀ, ਤੇ ਜੇ ਕਿਸੇ, ਕਿਉਂਕਿ ਉੱਥੇ ਤੁਸੀਂ ਨਾ ਸਾਡੀ ਸੁਸਾਇਟੀ ਇੰਦੀ ਕਿ ਅਸੀਂ ਮਿਨੋਰਿਟੀ ਆ ਪਾਕਿਸਤਾਨ ਦੇ ਵਿੱਚ, ਕ੍ਰਿਸਚਨ, ਤੇ ਤੁਹਾਨੂੰ ਜ਼ਿੰਦਾ ਰਹਿਣ ਵਾਸਤੇ ਨਾ, ਤੁਹਾਨੂੰ ਅਗਰ ਕਿਸੇ ਨੇ ਇੱਕ ਗੱਲ ਕੀਤੀ ਤਾਂ ਤੁਹਾਨੂੰ ਕੋਈ ਚਾਰ ਪੰਜ ਗੱਲਾਂ ਸੁਣਾ ਕੇ ਤੁਹਾਨੂੰ ਮਾਰਨਾ ਕੁੱਟਣਾ ਵੀ ਪੈਂਦਾ ਸੀ, ਤੇ ਫਿਰ ਠੀਕ ਰਹਿਣਾ ਪੈਂਦਾ ਸੀ। ਤੇ ਉਹ ਇੰਜ ਵੀ ਗੱਲਾਂ ਹੁੰਦੀਆਂ ਹਨ। ਲੇਕਿਨ ਹੁਣ ਕੋਈ ਮੈਨੂੰ ਗਾਲਾਂ ਵੀ ਕੱਢ ਦਿੰਦਾ ਹੈ, ਤੇ ਕੋਈ ਬੁਰਾ ਭਲਾ ਵੀ ਕਹਿੰਦਾ, ਮੈਂ ਚੁੱਪ ਕਰ ਜਾਣਾ, ਮੈਂ ਨਾ ਚਲੇ ਖੁਦਾ ਤੇਰੇ ਨੂੰ ਖੁਦਾ ਭਲਾ ਕਰੇ। ਇਹ ਕਿਤੇ ਇਤਮਾਨ, ਆਰਾਮ ਦੇ ਸਾਡੇ ਮਨ ਚੇਂਜ ਕਰ ਦਿੰਦਾ। ਤੇ ਕਿੰਜ ਚੇਂਜ ਕਰਦਾ? ਉਹਨੇ ਕਿ ਆਪਣੇ ਰੂਹ ਕੁਦਸ ਦੇ ਵਸੀਲੇ ਨਾਲ ਸਾਡੇ ਅੰਦਰ ਮੁਹੱਬਤ ਭਰ ਦਿੰਦਾ ਹੈ, ਜਿਹੜੀ ਉਹਦੀ ਆਪਣੀ ਮੁਹੱਬਤ ਹੈ। ਤੇ ਫਿਰ ਅਸੀਂ ਨਹੀਂ ਸੋਚਦੇ ਕਿ ਅਸੀਂ ਖੁਦਾ ਦੇ ਖਿਲਾਫ ਗੱਲ ਕਰੀਏ, ਕੰਮ ਕਰੀਏ, ਬਾਤ ਕਰੀਏ, ਤੇ ਅਸੀਂ ਫਿਰ ਇਹ ਸੋਚਦੇ ਹਾਂ ਕਿ ਅਸੀਂ ਯਿਸੂ ਮਸੀਹ ਦੇ ਨਾਂ ਨੂੰ ਜਲਾਲ ਦਈਏ, ਹਨਾ। ਫਿਰ ਵੇਖੋ ਜੀ, ਇੱਕ ਹੋਰ ਗੱਲ ਜਿਹੜੀ ਹੈ, ਇਹ ਚੀਜ਼ ਇਤਮਾਨ ਦਿੰਦਾ ਸਾਨੂੰ। ਫਿਰ ਸਾਡਾ ਬਾਹਰੋਂ ਵੀ ਇਤਮਾਨ ਰਹਿੰਦਾ, ਕੰਮ ਤੋਂ ਵੀ ਆਰਾਮ ਹੁੰਦਾ। ਸਾਨੂੰ ਇਹ ਪਤਾ ਕਿ ਸਾਡੀ ਫਿਕਰ ਕਰਨ ਵਾਲਾ ਸਾਡਾ ਯਿਸੂ ਮਸੀਹ। ਜਿਵੇਂ ਕਿਸੇ ਨੇ ਬਹੁਤ ਸੋਹਣੀਆਂ ਲਾਈਨਾਂ ਮੈਨੂੰ ਯਾਦ ਆਈਆਂ ਨੇ, ਐ ਮੇਰੇ ਯਿਸੂ ਨਾਸਰੀ, ਮੈਂ ਜੀਵਨ ਤੇਥੋਂ ਪਾਇਆ ਹੈ, ਮੇਰੇ ਜੀਵਨ ਦੇ ਵਿੱਚ ਤੇਰੀ ਬਸ ਮਰਜ਼ੀ ਹੋਵੇ ਪੂਰੀ। ਕਿਉਂਕਿ ਜਿਹੜਾ ਜੀਵਨ ਸਾਨੂੰ ਯਿਸੂ ਮਸੀਹ ਨੇ ਦਿੱਤਾ ਨਾ, ਉਹ ਸ਼ਾਂਤੀ ਭਰਿਆ ਅਤੇ ਨਿਡਰ ਅਤੇ ਪਿਆਰ ਮੁਹੱਬਤ ਨਾਲ ਭਰਿਆ ਹੋਇਆ, ਤੇ ਉਹਦੀ ਮਰਜ਼ੀ ਦੇ ਮੁਤਾਬਕ ਹੀ ਸਾਡੇ ਜੀਵਨ 'ਚ ਇਹ ਚੀਜ਼ਾਂ। ਮੈਂ ਹੁਣ ਇਹ ਵੀ ਕਹਿਣਾ ਚਾਹਾਂਗਾ ਕਿ ਕਿਉਂਕਿ ਅਸੀਂ ਅਜੇ ਅਗਲੀ ਗੱਲ ਨਹੀਂ ਪੜ੍ਹੀ, ਇੱਕੋ ਆਇਤ ਤੇ ਗੱਲ ਕਰਨੇ ਆ ਪੈ। ਇੱਕ ਤੇ ਗੱਲ ਹੈ ਕਿ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ। ਆਰਾਮ ਯਿਸੂ ਮਸੀਹ ਦਿੰਦਾ ਪਿਆ, ਤੇ ਉਹ ਫਰੂਲ ਕੁਦਰਤ ਦੇ ਵਸੀਲੇ ਨਾਲ ਆਪਣੀ ਕੁਦਰਤ ਦੇ ਨਾਲ, ਹਨਾ, ਸਾਡੇ ਦਿਲਾਂ 'ਚ ਪਾ ਦਿੰਦਾ। ਤੇ ਜਦੋਂ ਦਿਲਾਂ 'ਚ ਪਾ ਦਿੰਦਾ, ਤੇ ਫਿਰ ਆਂਦਾ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਦੇ ਦੌਰ ਵਿੱਚ ਜਿਵੇਂ ਹੁਣ ਕਰੋਨਾ ਹੈ, ਬਿਮਾਰੀ ਹੈ, ਵਬਾ ਹੈ, ਤੇ ਅਸੀਂ ਡਰੇ ਪਏ ਹਾਂ, ਅਸੀਂ ਘਰਾਂ 'ਚ ਹਾਂ, ਤੇ ਯਿਸੂ ਮਸੀਹ ਸਾਨੂੰ ਇਹ ਕਹਿੰਦਾ ਹੈ ਕਿ ਮੇਰੇ ਕੋਲ ਆਓ ਤੇ ਰੂਹ ਨੂੰ ਵੀ ਸਕੂਨ ਪਾਓ, ਹੈ, ਤੇ ਜਿਸਮ ਨੂੰ ਵੀ ਸਕੂਨ ਪਾਓ, ਤੇ ਮੇਰੇ ਨਾਲ ਰਾਬਤਾ ਕਾਇਮ ਕਰ ਲਓ। ਪੌਲੁਸ ਰਸੂਲ ਪਤਾ ਫਿਲਿੱਪੀਓ ਦੇ ਖਾਤੇ ਪੜ੍ਹੋ ਹੈ, ਪੜ੍ਹੀਏ, ਤੁਸੀਂ ਪੜ੍ਹਨਾ ਦਾ ਕੋਈ ਇਹ ਸਾਡੇ ਫਿਲਿੱਪੀਓ ਦੇ ਖਾਤੇ 4 ਬਾਬ ਦੀ ਅਸੀਂ 6 ਤੇ 7 ਐਤ ਪੜ੍ਹ ਕੇ ਨਾ, ਕਿਉਂਕਿ ਅਸੀਂ ਲੰਮਾ ਨਹੀਂ ਕਰਨਾ ਚਾਹੁੰਦੇ, ਅਸੀਂ ਸ਼ਾਰਟ ਰੱਖਣਾ ਚਾਹੁੰਦੇ ਹਾਂ, ਤੇ ਅਸੀਂ ਅੱਜ ਦੀ ਗੱਲ ਨੂੰ ਬੰਦ ਕਰਾਂਗੇ। 6 ਤੇ 7 ਲਿਖਿਆ, ਕਾਸੇ ਦੀ ਵੀ ਚਿੰਤਾ ਨਾ ਕਰੋ, ਪਰ ਹਰ ਹਾਲਤ ਵਿੱਚ ਪਰਮੇਸ਼ਵਰ ਉਹ ਛੁਪਦਿਆਂ ਹੋਇਆਂ ਪ੍ਰਾਰਥਨਾ ਕਰੋ, ਜੋ ਤੁਹਾਨੂੰ ਲੋੜੀਦਾ ਹੈ। ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸ ਦਾ ਸ਼ੁਕਰਾਨਾ ਕਰੋ। ਪਰਮੇਸ਼ਵਰ ਦੀ ਸ਼ਾਂਤੀ ਇੰਨੀ ਮਹਾਨ ਹੈ ਕਿ ਇਸ ਨੂੰ ਸਾਡੇ ਮਨ ਸਮਝਣ ਲਾਇਕ ਨਹੀਂ ਹਨ, ਪਰ ਉਹ ਸ਼ਾਂਤੀ ਮਸੀਹ ਵਿੱਚ, ਯਿਸੂ ਵਿੱਚ ਸਾਡੇ ਦਿਲਾਂ ਅਤੇ ਮਨਾਂ ਦੀ ਰਖਵਾਲੀ ਕਰੇਗਾ। मैं दोबारा पढ़ने लगा मैं जी, उर्दू में पढ़ांगा। लिखा है, किसी बात की फिक्र ना करो, बल्कि हर एक बात में तुम्हारी दरख्वास्तें दुआ और मिन्नत के वसीला से शुक्रगुजारी के साथ खुदा के सामने पेश की जाए। तो खुदा का इत्मीनान जो समझ से बिल्कुल बाहर है, तुम्हारे दिलों और ख्यालों को यीशु मसीह में महफूज रखेगा। सुनो कितनी सोहनी गल है, कहंदा है कि सारियां गल्लां, सारियां फिकरां, सारे बोझ, सारे डर, सारे खौफ, हर तरह की हलचल जी साडी जिंदगी दे विच, ਉਹਨੂੰ ਕਰੋ ਤੁਸੀਂ ਖੁਦਾ ਦੇ ਕੋਲ ਲੈ ਕੇ ਆਓ, ਦਰਖਾਸਤਾਂ ਤੇ ਮਿੰਨਤਾਂ ਦੇ ਵਸੀਲੇ ਤੇ ਸ਼ੁਕਰਗੁਜ਼ਾਰੀ ਖੁਦਾ ਦੇ ਜ਼ਰੂਰ ਕਰੋ, ਤੇ ਫਿਰ ਖੁਦਾ ਰੂਹ ਕੁਦਸ ਦੇ ਵਸੀਲੇ ਨਾਲ ਆਪਣਾ ਇਤਮਾਨਾਨ, ਹੈ ਨਾ, ਆਪਣਾ ਅਮਨ, ਹੈ ਨਾ, ਆਪਣੀ ਤਸੱਲੀ ਸਾਨੂੰ ਦੇਗਾ, ਤੇ ਸਾਡੇ ਦਿਲਾਂ ਤੇ ਸਾਡੇ ਖਿਆਲਾਤ ਨੂੰ ਸੰਭਾਲੇ। ਲਿਖਿਆ ਮੁਬਾਰਕ ਨੇ ਉਹ ਜਿਹੜੇ ਦਿਲ ਦੇ ਹਲੀਮ ਨੇ, ਕਿਉਂਕਿ ਜ਼ਮੀਨ ਦੇ ਵਾਰਿਸ ਹੋਣਗੇ ਤੇ ਹਲੀਮ ਬਣੀਏ। ਖੁਦਾ ਦੇ ਕੋਲ ਆਈਏ ਤੇ ਖੁਦਾ ਸਾਡੇ ਖਿਆਲਾਤ ਨੂੰ, ਸਾਡੀ ਜ਼ਿੰਦਗੀ ਨੂੰ ਆਪਣੇ ਜਲਾਲ ਵਾਸਤੇ ਇਸਤੇਮਾਲ ਕਰੇ। ਤੇ ਇਹ ਤੋਂ ਪਹਿਲਾਂ ਕਿ ਅਸੀਂ ਬੰਦ ਕਰੀਏ, ਅਸੀਂ ਦੁਆ ਕਰਾਂਗੇ। ਤੁਸੀਂ ਦੁਆ ਕਰੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਦੂਸ ਕਦੂਸ ਕਦੂਸ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਜੀ, ਤੁਹਾਡੀ ਹਜ਼ੂਰੀ ਚਾਹੁੰਦੇ ਹਾਂ ਪਿਤਾ ਪਰਮੇਸ਼ਵਰ ਜੀ।
ਜੋ ਤੁਸੀਂ ਅੱਜ ਸਾਨੂੰ ਐਡਾ ਵੱਡਾ ਮੈਸੇਜ ਦਿੱਤਾ ਪਿਤਾ ਪਰਮੇਸ਼ਰ ਜੀ, ਕਿ ਮੇਰੇ ਲਵੇ ਆਓ, ਇਹ ਦੁਨੀਆ ਦੇ ਥੱਕੇ ਹਾਰਿਓ, ਬੋਝ ਥਲੇ ਦਬੇ ਹੋਇਓ, ਮੇਰੇ ਲਵੇ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਪਿਤਾ ਪਰਮੇਸ਼ਰ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਹਾਨੇ ਸਾਡੇ ਸਿਰਾਂ ਦੇ ਉੱਤੋਂ, ਸਾਡੇ ਮਨਾਂ ਦੇ ਉੱਤੋਂ, ਇਹ ਦੁਨੀਆ ਦੀਆਂ ਭੈੜੀਆਂ ਚਾਲਾਂ ਦੇ ਵਿੱਚੋਂ ਪਿਤਾ ਪਰਮੇਸ਼ਰ ਜੀ ਸਾਨੂੰ ਕੱਢ ਕੇ ਬਾਹਰ ਰੱਖ ਕੇ ਤੇ ਤੁਸੀਂ ਆਪਣੇ ਵਿੱਚ ਸਾਨੂੰ ਹਲੀਮ, ਸ਼ਾਂਤੀ ਅਤੇ ਪਿਆਰ ਭਰਿਆ ਦਿਲ ਸਾਡੇ ਅੰਦਰ ਭਰ ਦਿੱਤਾ। ਪਿਤਾ ਪਰਮੇਸ਼ਰ ਜੀ, ਸਾਰੀਆਂ ਬਰਕਤਾਂ ਵਾਸਤੇ ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਵਡਭਾਗੇ ਸਮੇਂ ਦਾ ਜੋ ਤੁਹਾਡੀ ਰਜ਼ਾ ਵਿੱਚ ਗੁਜ਼ਾਰਿਆ, ਤੇ ਜੋ ਵੀ ਮੇਰੇ ਭੈਣ ਭਾਈ ਆਨਲਾਈਨ ਦੇਖ ਰਹੇ ਹੈਗੇ ਨੇ ਉਹਨਾਂ ਨੂੰ ਵੀ ਪਿਤਾ ਪਰਮੇਸ਼ਰ ਜੀ ਬਰਕਤ ਦਿਓ, ਸਾਰਿਆਂ ਨੂੰ ਬਰਕਤ ਦਿਓ ਪਿਤਾ ਪਰਮੇਸ਼ਰ ਜੀ, ਸਾਰਿਆਂ ਨੂੰ ਸਲਾਮਤੀ, ਸਾਰਿਆਂ ਨੂੰ ਤੰਦਰੁਸਤੀ ਤੇ ਇਸ ਕਰੋਨਾ ਬਿਮਾਰੀ ਤੋਂ ਬਚਾ ਕੇ ਰੱਖਿਓ ਪਿਤਾ ਪਰਮੇਸ਼ਰ ਜੀ। ਸਾਰੇ ਹੀ ਆਨਲਾਈਨ ਦੇਖ ਰਹੇ ਮੇਰੇ ਭੈਣਾਂ ਭਰਾਵਾਂ ਨੂੰ ਤੁਹਾਡੇ ਹੋਲੀ ਬਲੱਡ ਦੇ ਵਿੱਚ ਕਵਰ ਕਰਦਾ ਹਾਂ, ਤੇ ਜਿਹੜੇ ਘਰ ਦੇ ਵਿੱਚ ਅਸੀਂ ਅੱਜ ਇਹ ਤੁਹਾਡੀ ਡਿਸਕਸ਼ਨ ਕੀਤੀ ਆ ਪਿਤਾ ਪਰਮੇਸ਼ਰ, ਇਸ ਘਰ ਨੂੰ ਵੀ, ਆਪਣੇ ਆਪ ਨੂੰ, ਪਾਸਟਰ ਨਾਜ਼ੀਰ ਜੀ ਨੂੰ ਮੈਂ ਤੁਹਾਡੇ ਹੋਲੀ ਬਲੱਡ 'ਚ ਕਵਰ ਕਰਦਾ, ਤੇ ਸਾਰੀਆਂ ਬਰਕਤਾਂ, ਸਾਰੀਆਂ ਉਹ ਸ਼ਹਿ ਤੁਹਾਡੇ ਤੋਂ ਮੰਗਦਾ ਜੋ ਪਿਤਾ ਪਰਮੇਸ਼ਰ ਤੁਹਾਡੇ ਦੁਆਰਾ ਦਿੱਤੀ ਜਾਂਦੀਆਂ ਨੇ। ਧੰਨਵਾਦ ਕਰਦਾ ਹਾਂ ਤੇ ਸਭ ਕੁਝ ਰਿਸੀਵ ਕਰਦਾ ਤੇ ਕਲੇਮ ਕਰਦਾ ਪਿਤਾ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਉੱਤੇ। ਆਮੀਨ ਆਮੀਨ। ਖੁਦਾਵੰਦਾ ਅਮਨ ਇਤਮਾਨ ਤੁਹਾਡੇ ਦਿਲਾਂ ਦੇ ਵਿੱਚ ਤਸੱਲੀ ਪਾਏ, ਤੁਹਾਨੂੰ ਦੇਵੇ, ਤੁਹਾਨੂੰ ਰੂਹ ਦੇ ਤਸੱਲੀ ਪਾਏ, ਤੇ ਆਪਣੇ ਬੋਝ ਯਿਸੂ ਮਸੀਹ ਦੇ ਕੋਲ ਲਿਆਓ ਤੇ ਤੁਹਾਨੂੰ ਆਰਾਮ ਦੇ। ਆਮੀਨ।